ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਵਾਹਿਗੁਰੂ ਸਾਹਿਬ ਜੀ
ਸ੍ਰੀ ਸਤਿਗੁਰ ਸਿੱਖਿਆ ਦੇਤ ਦੁਲਾਰਤ, ਸੁਤ ਕੋ ਔਗਣ ਮਨ ਮਹਿ ਧਾਰੇ ਨ ਕੋਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਕਥਾ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਤ ਦ੍ਰਿੜ ਕਰ ਕਹਿਓ ਨ੍ਰਿਪਤ ਕੋ, ਹਮਰੇ ਬੜੇ ਤਾਂ ਅਵਤਾਤ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ, ਜਿਵੇਂ ਕਿ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਸਾਵਣ ਮਾਲ ਨੂੰ ਹਰੀਪੁਰ ਭੇਜਿਆ ਕਿ ਜਿੱਥੇ ਜਾ ਕੇ ਉਹ ਕਰਾਮਾਤ ਦੇ ਵਿੱਚ ਇੰਨਾ ਕੁਲੀਨ ਹੋ ਗਿਆ, ਮਨ ਬਦਲ ਗਿਆ ਕਿ ਜੇ ਗੁਰੂ ਸਾਹਿਬ ਦੇ ਕੋਲ ਗਿਆ ਤੇ ਗੁਰੂ ਸਾਹਿਬ ਨੇ ਰੁਮਾਲ ਲੈ ਲੈਣਾ, ਸ਼ਕਤੀਆਂ ਚਲੀਆਂ ਜਾਣੀਆਂ ਨੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਜਾਣਦੇ ਸਨ ਕਿ ਸਾਵਣ ਮਾਲ ਦੇ ਅੰਦਰ ਇਹ ਇੱਕ ਬੜਾ ਵੱਡਾ ਔਗਣ ਆ ਗਿਆ ਹੈ, ਇਹ ਕਹਿ ਲਈ ਕਿ ਬੜੀ ਵੱਡੀ ਬਿਮਾਰੀ ਲੱਗੀ ਹੈ, ਇਸ ਬਿਮਾਰੀ ਦਾ ਇਲਾਜ ਕਰਨਾ ਹੈ, ਮਨ ਅੰਦਰੋਂ ਖਤਮ ਕਰਨਾ ਹੈ। ਉਹ ਰੁਮਾਲ ਗੁਰੂ ਸਾਹਿਬ ਨੇ ਵਾਪਸ ਮੰਗਾਇਆ। ਸਾਵਣ ਮਲ ਜਿਹੜਾ ਹੈ ਉਹ ਜਾਣ ਗਿਆ ਕਿ ਵੱਡਿਆਂ ਦੇ ਕੋਲ ਹੁਣ ਵੀ ਜਾ ਕੇ ਜੇ ਖਿਮਾ ਮੰਗ ਲਈਏ ਇਹਦੇ ਵਿੱਚ ਭਲਾ ਹੈ। ਹੁਣ ਸਾਵਣ ਮਲ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ ਹੈ ਤੇ ਮਨ ਦੇ ਵਿੱਚ ਇੱਕ ਝਾਕਾ ਵੀ ਹੈ, ਗੁਰੂ ਸਾਹਿਬ ਦੇ ਕੋਲ ਜਾਣਾ ਹੈ ਤੇ ਕਿਵੇਂ ਜਾ ਕੇ ਉਹਨਾਂ ਦਾ ਸਾਹਮਣਾ ਕਰਾਂਗਾ, ਕਿਵੇਂ ਮੁਖ ਵਿਖਾਵਾਂਗਾ ਕਿ ਉਹਨਾਂ ਦੇ ਹੁਕਮ ਨੂੰ ਮੈਂ ਮੰਨਿਆ ਨਹੀਂ, ਸਗੋਂ ਮਨ ਦੇ ਵਿੱਚ ਇੱਕ ਲਾਲਚ ਰੱਖ ਕੇ ਦਿੱਤੀਆਂ ਹੋਈਆਂ ਸ਼ਕਤੀਆਂ ਦੀ ਗਲਤ ਵਰਤੋਂ ਕੀਤੀ ਹੈ। ਪਰ ਫਿਰ ਵੀ ਭਾਈ ਸਾਵਣ ਮਲ ਲਿਆ ਕੇ ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ। ਦਰਸ਼ਨ ਕਰਕੇ ਜਿੱਥੇ ਆਪ ਭੁੱਲ ਬਖਸ਼ਾਈ ਹੈ ਉੱਥੇ ਕਵੀ ਰਾਜ ਅੱਗੇ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਅਬ ਦਰਸ਼ਨ ਹੈ ਤਾਂ ਮੈਂ ਚੱਲ ਜਾਇ ਹੂੰ, ਤੁਮ ਪੇ ਚੱਲ ਕਰ ਪਰਸੋਂ ਪਾਏ। ਜਦੋਂ ਬਿਆਸ ਨਦੀ ਦੇ ਕਿਨਾਰੇ ਤੇ ਭਾਈ ਸਾਵਣ ਮਲ ਜੀ ਆ ਗਏ ਨੇ, ਨਾਲ ਰਾਜਾ ਉੱਥੋਂ ਦੀ ਪ੍ਰਜਾ ਹੋਰ ਲੋਕ ਆਏ ਨੇ, ਉਹਨਾਂ ਸਾਰਿਆਂ ਨੂੰ ਉੱਥੇ ਡੇਰਾ ਲਵਾ ਕੇ ਰੁਕਾ ਕੇ ਤੇ ਭਾਈ ਸਾਵਣ ਮਲ ਜੀ ਕਹਿੰਦੇ ਨੇ ਤੁਸੀਂ ਰੁਕੋ ਤੇ ਮੈਂ ਸਤਿਗੁਰੂ ਦੇ ਦਰਸ਼ਨਾਂ ਦੇ ਵਾਸਤੇ ਪਹਿਲੋਂ ਜਾਵਾਂ, ਜਾ ਕੇ ਦਰਸ਼ਨ ਕਰਾਂ, ਉਹਨਾਂ ਦੀ ਆਗਿਆ ਲੈ ਕੇ ਫਿਰ ਤੁਹਾਡਾ ਵੀ ਮੇਲ ਕਰਾਵਾਂਗਾ। ਅਤ ਪਨੇਤ ਹੈ ਮੇਲ ਤੈਨੂੰ ਕੋ, ਲੋਕ ਪਰਲੋਕ ਭਲੋ ਹੋਏ ਜਾਏ। ਭਾਈ ਸਾਵਣ ਮਲ ਜੀ ਨਾਲੇ ਰਾਜੇ ਹਰੀਪੁਰ ਦੇ ਰਾਜੇ ਨੂੰ ਕਹਿ ਰਹੇ ਨੇ ਕਿ ਸਾਡੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਬੜੇ ਪਵਿੱਤਰ ਨੇ, ਲੋਕ ਵੀ ਤੇ ਪਰਲੋਕ ਵੀ ਉਸ ਹਿੱਲਾ ਕਰਦੇ ਨੇ।
उत्तम अधिक अकोरण को लेहो, गुर प्रसन्नता ते सुख पाए। ਹੁਣ ਇਹ ਸਾਰਾ ਕੁਝ ਰਾਜੇ ਨੂੰ ਕਿਹਾ ਹੈ ਕਿ ਤੁਸੀਂ ਬਹੁਤ ਕੀਮਤੀ ਭੇਟਾਂ ਉਹ ਵੀ ਲੈ ਜਾਓ, ਜਾ ਕੇ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਔਰ ਦਰਸ਼ਨ ਕਰਕੇ ਭੇਟਾਂ ਰੱਖ ਕੇ ਜੋ ਵੀ ਮਨ ਦੇ ਵਿੱਚ ਹੋਵੇ ਉਹ ਗੁਰੂ ਸਾਹਿਬ ਜੀ ਸਾਰਾ ਕੁਝ ਕਿਰਪਾ ਕਰਦੇ ਨੇ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਉੱਥੋਂ ਰਾਜਾ ਆਪਣੀ ਪ੍ਰਜਾ ਰਾਣੀਆਂ ਦੇ ਸਮੇਤ ਇੱਥੇ ਆ ਕੇ ਗੋਬਿੰਦਵਾਲ ਸਾਹਿਬ ਡੇਰਾ ਲਾਇਆ ਹੈ। ਹੁਣ ਭਾਈ ਸਾਵਣ ਮੱਲ ਜੀ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਰਦੇ ਆ ਕਿ ਤੁਸੀਂ ਤਿਆਰ ਰਹੋ ਕਿ ਪਹਿਲੋਂ ਜਾ ਕੇ ਦਰਸ਼ਨ ਮੈਂ ਕਰਾਂ, ਬਾਅਦ ਵਿੱਚ ਤੁਹਾਨੂੰ ਬੁਲਾਵਾਂਗਾ। ਪੁਨ ਸਤਿਗੁਰ ਕੇ ਦਰਸ਼ਨ ਕਾਰਨ, ਕਛੁਕ ਲਾਜ ਜੁਤ ਗਮਨਿਓ ਪਾਸ। ਹੁਣ ਭਾਈ ਸਾਵਣ ਮੱਲ ਜੀ ਸਤਿਗੁਰ ਦੇ ਦਰਸ਼ਨਾਂ ਵਾਸਤੇ ਗਿਆ ਹੈ, ਮਨ ਦੇ ਵਿੱਚ ਸ਼ਰਮ ਵੀ ਹੈ, ਚੱਕਦੇ ਵੀ ਨੇ, ਪਰ ਫਿਰ ਵੀ ਖਿਮਾ ਬਖਸ਼ਾਉਣ ਵਾਸਤੇ ਗੁਰੂ ਸਾਹਿਬ ਜੀ ਕੋਲ ਗਏ ਨੇ। ਪਗ ਪੰਕਜ ਪਰ ਸ਼ੇਸ਼ ਕੋ ਧਰ ਕਰ ਕੇਨ ਬੰਦਨਾ ਭਾਉ ਪ੍ਰਕਾਸ਼। ਭਾਈ ਸਾਵਣ ਮੱਲ ਨੇ ਜਾ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਦਿੱਤਾ ਹੈ, ਹੱਥ ਜੋੜ ਕੇ ਬੜਾ ਨਿਮਰ ਹੋ ਕੇ ਸਤਿਗੁਰ ਦੇ ਚਰਨਾਂ ਵਿੱਚ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਹੈ। ਮੈਂ ਰਾਵਰ ਕੋ ਸਿਖਿਆਰ ਸੁਤ, ਸੇਵਕ ਸਦਾ ਏਕ ਉਰ ਆਸ। ਭਾਈ ਸਾਵਣ ਮੱਲ ਨੂੰ ਪਤਾ ਸੀ ਕਿ ਭੁੱਲ ਹੋਈ ਹੈ। ਗੁਰੂ ਸਾਹਿਬ ਜੀ ਚਰਨਾਂ 'ਚ ਮੱਥਾ ਰੱਖ ਕੇ ਹੱਥ ਜੋੜ ਕੇ ਪਹਿਲੇ ਬੇਨਤੀ ਇਹ ਕੀਤੀ, ਸਤਿਗੁਰੂ ਜੀ ਮੈਂ ਆਪ ਜੀ ਦਾ ਸਿੱਖ ਵੀ ਹਾਂ, ਅਰ ਸੁੱਤ ਸਮ, ਔਰ ਤੁਹਾਡੇ ਪੁੱਤਰਾਂ ਵਰਗਾ ਵੀ ਹਾਂ, ਕਿਉਂਕਿ ਭਤੀਜਾ ਤੇ ਪੁੱਤਰ ਵਿੱਚ ਬਹੁਤਾ ਫਰਕ ਨਹੀਂ। ਸਤਿਗੁਰੂ ਜੀ ਮੈਂ ਤੁਹਾਡਾ ਪੁੱਤਰਾਂ ਵਰਗਾ ਵੀ ਹਾਂ, ਤੁਹਾਡਾ ਸਿੱਖ ਵੀ ਹਾਂ, ਔਰ ਇੱਕ ਆਸ ਲੈ ਕੇ ਤੁਹਾਡੇ ਚਰਨਾਂ ਵਿੱਚ ਆਇਆ। ਲਘੂ ਬਿਗਾਰ ਦੇ ਬੜੇ ਸੁਧਾਰੇ, ਸਿਮਾ ਕਰੇ ਆਪਣੋ ਲਖ ਤਾਸ। ਭਾਈ ਸਾਵਣ ਮੱਲ ਜੀ ਕਹਿੰਦੇ ਨੇ ਸਤਿਗੁਰੂ ਜੀ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ, ਧੀਆਂ ਪੁੱਤਰ ਹੁੰਦੇ ਨੇ, ਉਹ ਕਈ ਵਾਰੀ ਬੜਾ ਵੱਡਾ ਵਿਗਾੜ ਕਰ ਦਿੰਦੇ ਨੇ, ਵੱਡੇ ਵੱਡੇ ਕੰਮ ਜਿਹੜੇ ਵਿਗਾੜ ਦਿੰਦੇ ਨੇ, ਵੱਡੀਆਂ ਵੱਡੀਆਂ ਗਲਤੀਆਂ ਕਰ ਲੈਂਦੇ ਨੇ। ਪਰ ਜਿਹੜੇ ਵੱਡੇ ਹੁੰਦੇ ਨੇ, ਬੜੇ ਸੁਧਾਰੇ, ਵੱਡੇ ਉਹਨਾਂ ਗਲਤੀਆਂ ਨੂੰ ਮਾਫ ਕਰਕੇ ਉਹ ਗਲਤੀਆਂ ਸੁਧਾਰਦੇ ਵੀ ਨੇ, ਉਹਨਾਂ ਨੂੰ ਖਿਮਾ ਕਰਕੇ ਆਪਣੇ ਚਰਨਾਂ ਦੇ ਵਿੱਚ ਵੀ ਰੱਖਦੇ ਨੇ, ਮੁਆਫ ਵੀ ਕਰਦੇ ਨੇ, ਤੇ ਫਿਰ ਅੱਗੋਂ ਸਮੱਤ ਵੀ ਬਖਸ਼ਦੇ ਨੇ। ਕਿਰਪਾ ਕਰੋ ਮੇਰੀਆਂ ਗਲਤੀਆਂ ਮਾਫ ਕਰਕੇ ਹੁਣ ਅੱਗੇ ਵਾਸਤੇ ਸਿੱਖਿਆ ਦਿਓ। ਸਿੱਖਿਆ ਦੇਤ ਦੁਲਾਰਤ ਸੁਤ ਕੋ, ਅਵਗੁਣ ਮਨ ਮਹਿ ਤਰੇ ਨ ਕੋਏ। ਜਿਹੜੇ ਵੱਡੇ ਹੁੰਦੇ ਨੇ ਸਿੱਖਿਆ ਦੇ ਕੇ ਆਪਣੇ ਪੁੱਤਰ ਨੂੰ ਫਿਰ ਦਿਲਾਸਾ ਵੀ ਦਿੰਦੇ ਨੇ ਕਿ ਸਤਿਗੁਰੂ ਜੀ ਉਸੇ ਤਰ੍ਹਾਂ ਆਪਣੇ ਇਸ ਪੁੱਤਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਵਗੁਣ ਮਨ ਦੇ ਵਿੱਚ ਧਾਰਨ ਨਾ ਕਰਿਓ, ਵਿਚਾਰਿਓ ਨਾ। ਉਪਜੇ ਲਾਜ ਵੱਢਣ ਕੇ ਹਰੇ, ਸਿੱਖ ਸੇਵਕ ਸੁਤ ਖੋਟ ਜ ਹੋਏ। ਕਿਉਂਕਿ ਜੇ ਕਿਸੇ ਸਿੱਖ ਦੇ ਵਿੱਚ, ਸੇਵਕ ਦੇ ਵਿੱਚ, ਧੀ ਪੁੱਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਖੋਟ ਹੋਵੇ ਨਾ, ਤੇ ਉਹਦੀ ਸ਼ਰਮ ਅਸਲ ਵਿੱਚ ਵੱਡਿਆਂ ਨੂੰ ਹੁੰਦੀ ਹੈ ਕਿ ਹੈ ਤੇ ਸਾਡਾ, ਤੇ ਕਰਮ ਕਿੱਡਾ ਖੋਟਾ ਕਰਦਾ ਹੈ। ਬਖਸ਼ੇ ਖਤਾ ਬਿਰਦ ਨਿਜ ਜਾਣੇ, ਤੁਮ ਅੰਤਰ ਜਾਮੇ ਸਭ ਜੋਏ। ਇਸ ਕਰਕੇ ਸਤਿਗੁਰੂ ਜੀ ਤੁਹਾਨੂੰ ਮੈਂ ਸ਼ਰਮਸ਼ਾਰ ਤਾਂ ਕੀਤਾ ਹੈ, ਕਿਉਂਕਿ ਗਲਤੀਆਂ ਛੋਟੇ ਕਰਦੇ ਨੇ, ਸ਼ਰਮਸ਼ਾਰ ਵੱਡੇ ਹੁੰਦੇ ਨੇ। ਪਰ ਕਿਰਪਾ ਕਰੋ ਤੁਸੀਂ ਅੰਤਰਜਾਮੀ ਹੋ, ਹੁਣ ਮੇਰੇ ਕਿਸੇ ਵੀ ਗਲਤੀ, ਕਿਸੇ ਵੀ ਔਗਣ ਦੀ ਵਿਚਾਰ ਨਾ ਕਰਿਓ। ਕਿਉਂਕਿ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬੇਨਤੀ ਬਚਨ ਕਹੇ ਨੇ। ਅਸਲ ਵਿੱਚ ਗੁਰੂ ਦੇ ਸਿੱਖ ਦਾ ਪਾਰ ਉਤਾਰਾ ਹੋਣਾ ਹੀ ਉਦੋਂ ਨੇ ਜਿੱਦਣ ਨਿਮਾਣਾ ਹੋ ਕੇ ਬਸ ਇੱਕੋ ਗੱਲ ਕਵੇ ਕਿ ਸਤਿਗੁਰੂ ਜੀ ਸਾਡੇ ਗੁਣ ਅਵਗੁਣ ਦੀ ਵਿਚਾਰ ਨਾ ਕਰਿਓ। ਜਿੱਦਣ ਇਹ ਆ ਕੇ ਬੇਨਤੀ ਕਰ ਦਿੱਤੇ ਕਿ ਪਿਛਲੇ ਅਵਗੁਣ ਬਖਸ਼ ਦਿਓ, ਕਿਉਂਕਿ ਅਵਗੁਣਾਂ ਦੀ ਜੇ ਵਿਚਾਰ ਕੀਤੇ ਜਾਏ ਫਿਰ ਇਕੱਲੇ ਗੁਣਾਂ ਦੀ ਨਹੀਂ ਨਾ ਹੋਣੀ, ਫਿਰ ਅਵਗੁਣਾਂ ਦੀ ਹੋਵੇਗੀ। ਉਹ ਅਵਗੁਣਾਂ ਦੇ ਵਿਚਾਰ ਹੋਣ ਲੱਗੇ ਫਿਰ ਉਹਨਾਂ ਦੀ ਗਿਣਤੀ ਕੋਈ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਭਾਈ ਸਾਵਣ ਮੱਲ ਜੀ ਕਹਿੰਦੇ ਸਤਿਗੁਰੂ ਜੀ ਅਵਗੁਣ ਬੜਾ ਵੱਡਾ ਹੋਇਆ, ਪਤਾ ਨਹੀਂ ਕਿੰਨੇ ਹੋ ਗਏ ਨੇ।
ਪਰ ਬਖਸ਼ੇ ਕਤਾ ਬਿਰਧ ਨਿਜ ਜਾਣੇ। ਤੁਹਾਡਾ ਤੇ ਬਿਰਧ ਹੈ, ਤੁਸੀਂ ਵੱਡੇ ਹੋ ਨਾ, ਤੁਸੀਂ ਬਖਸ਼ਣਹਾਰੇ ਹੋ, ਅੰਤਰਜਾਮੀ ਜਾਣਦੇ ਵੀ ਹੋ। ਇਸ ਕਰਕੇ ਕਿਰਪਾ ਕਰਕੇ ਔਗਣਾਂ ਦੇ ਵਿਚਾਰ ਨਾ ਕਰਿਓ, ਹੁਣ ਬਖਸ਼ ਦਿਓ। ਕਹੋ ਕਹਾ ਤੁਮ ਜਾਨੋ ਸਗਰੇ, ਇਮ ਕਹਿ ਜੋਰ ਰਹਿਓ ਕਰ ਦੋਏ। ਤੇ ਭਾਈ ਸਾਵਣ ਮੱਲ ਜੀ ਕਹਿੰਦੇ ਨੇ ਸਤਿਗੁਰੂ ਜੀ ਹੋਰ ਮੈਂ ਕਹਾਂ ਤੇ ਹੁਣ ਕੀ, ਕਿਉਂਕਿ ਜਾਣਦੇ ਤੁਸੀਂ ਸਾਰਾ ਕੁਝ, ਤੁਸੀਂ ਅੰਤਰਜਾਮੀ ਹੋ। ਬਸ ਆ ਹੱਥ ਜੋੜੇ ਵੇਖ ਲਓ, ਦੇਨ ਹੋਇਆ ਨੂੰ ਸ਼ਰਨ ਪਿਆ ਨੂੰ ਵੇਖ ਲਓ, ਆਪਣੇ ਬਿਰਧ ਦੀ ਸੰਭਾਲ ਕਰ ਲਓ। ਸਿਰ ਸਤਿਗੁਰੂ ਮੁਸਕਾਨੇ ਪਿਕ ਕੈ, ਕਿਰਪਾ ਸਿੰਧ ਕਰ ਕਿਰਪਾ ਬਖਾਨ। ਔਰ ਸਤਿਗੁਰੂ ਜੀ ਸਦਾ ਹੀ ਬਖਸ਼ੰਦ ਨੇ। ਇਹ ਸੁਣ ਕੇ ਕਿਰਪਾ ਦੇ ਸਾਗਰ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮੁਸਕਰਾ ਪਏ ਤੇ ਹੌਲੀ ਜੀ ਹੱਸ ਕੇ ਕਿਰਪਾ ਕਰਕੇ ਸਤਿਗੁਰੂ ਜੀ ਫਿਰ ਬੋਲੇ, ਸਿੱਖ ਸੇਵਕ ਸੁਤ ਅਹੈ ਜੇ ਮੇਰੇ, ਤਿਨ ਕੋ ਚਾਹੂ ਕਰਨ ਕਲਿਆਣ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿੰਨੇ ਮੇਰੇ ਸਿੱਖ ਨੇ, ਸੇਵਕ ਨੇ, ਧੀਆਂ ਪੁੱਤਰ ਨੇ, ਅਸੀਂ ਤਾਂ ਸਾਰਿਆਂ ਦਾ ਭਲਾ ਹੀ ਕਰਨਾ ਚਾਹੁੰਦੇ ਹਾਂ। ਬਸ ਤੇਰਾ ਵੀ ਭਲਾ ਹੀ ਕੀਤਾ ਹੈ, ਭਲਾ ਹੀ ਕਰਨ ਵਾਸਤੇ ਕੁਛ ਕੀਤਾ ਹੈ। ਤੂੰ ਮਨ ਮਹਿ ਅਹੰਕਾਰ ਬਿਆਦ ਪੇ, ਤਿਸ ਹਰ ਬੇਹਿਤ ਇਮਕ੍ਰਿਤ ਠਾਨ। ਕਿ ਸਾਵਣ ਮੱਲ ਪੁੱਤਰ ਤੈਨੂੰ ਤਾਕਤਾਂ ਦਿੱਤੀਆਂ ਸਨ, ਗੁਰੂ ਘਰ ਦਾ ਕਾਰਜ ਕਰਨਾ ਸੀ, ਪਰ ਉਹ ਤਾਕਤਾਂ ਲੈ ਕੇ ਤੇਰੇ ਅੰਦਰ ਹੰਕਾਰ ਦਾ ਬਿਆਦ ਆ ਗਿਆ ਸੀ। ਬਿਆਦੀ, ਆਦੀ, ਬਿਆਦੀ, ਉਪਾਦੀ, ਤਿੰਨ ਤਾਪ ਕਹੇ ਜਾਂਦੇ ਨੇ ਨਾ ਜੀ। ਤਾਪ ਕਹਿ ਲਈਏ, ਬਿਮਾਰੀ ਕਹਿ ਲਈਏ, ਹੰਕਾਰ ਦਾ ਰੋਗ ਆ ਗਿਆ ਹੈ। ਬਸ ਉਸ ਬਿਮਾਰੀ ਨੂੰ ਤਾਂ ਪੁੱਤਰ ਠੀਕ ਕਰਨਾ ਸੀ ਨਾ, ਹੰਕਾਰ ਅੰਦਰੋਂ ਕੱਢਣਾ ਸੀ। ਇਸੇ ਕਰਕੇ ਇਹ ਕੰਮ ਕੀਤਾ ਹੈ ਕਿ ਤੁਹਾਡੀ ਉਹ ਤਾਕਤਾਂ, ਉਹ ਰੁਮਾਲ ਅਸੀਂ ਵਾਪਸ ਬੁਲਾ ਲਿਆ। ਲਿਓ ਰੁਮਾਲਣ ਕਰ ਚਿਤ ਚਿੰਤਾ, ਆਪੇ ਤੁਝ ਦੇਹੂੰ ਬਹੁ ਦਾਨ। ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਸਾਵਣ ਮੱਲ ਤੇਰੇ ਤੋਂ ਰੁਮਾਲ ਹੀ ਵਾਪਸ ਲਿਆ ਹੈ। ਹਲੇ ਵੀ ਤੈਨੂੰ ਬੜਾ ਵੱਡਾ ਦਾਨ ਦੇਣਾ ਹੈ, ਤੂੰ ਚਿੰਤਾ ਨਾ ਕਰ। ਰੁਮਾਲ ਹੀ ਵਾਪਸ ਲਿਆ, ਇੱਕ ਕੱਪੜੇ ਵਾਪਸ ਲਿਆ ਹੈ। ਤੈਨੂੰ ਦਾਨ ਦੇਣਾ, ਉਹ ਤਾਕਤਾਂ ਤੈਨੂੰ ਫਿਰ ਦੇਣੀਆਂ। ਦੇਸ ਹਰੀਪੁਰ ਸਹਿਤ ਨਿਰਪਤ ਜੁਤ, ਇਹੋ ਸੰਗਤ ਸਗਰੇ ਤੁਝ ਦੇਨ। ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਸਾਵਣ ਮੱਲ ਮਨ ਵਿੱਚ ਚਿੰਤਾ ਇਹ ਸੀ ਨਾ, ਮੇਰਾ ਸਤਿਕਾਰ ਕੌਣ ਕਰੇਗਾ। ਕਿ ਗੁਰੂ ਸਾਹਿਬ ਜੀ ਕੋਲ ਜਾਵਾਂਗਾ, ਗੁਰੂ ਸਾਹਿਬ ਜੀ ਸ਼ਾਇਦ ਰੁਮਾਲ ਵਾਪਸ ਲੈਣਗੇ, ਮੇਰੀਆਂ ਤਾਕਤਾਂ ਵਾਪਸ ਲੈ ਲੈਣਗੇ। ਸਤਿਗੁਰੂ ਕਹਿੰਦੇ ਨੇ ਭਾਈ ਕੱਪੜਾ ਹੀ ਵਾਪਸ ਲਿਆ, ਰੁਮਾਲ ਹੀ ਵਾਪਸ ਲਿਆ ਹੈ। ਕਿਉਂਕਿ ਕੱਪੜਾ ਤੇ ਕੱਪੜਾ ਹੀ, ਭਾਵੇਂ ਗੁਰੂ ਸਾਹਿਬ ਦੇ ਬਚਨ ਸਨ, ਪਰ ਉਹ ਤਾਣ, ਉਹ ਤਾਕਤਾਂ ਹੁਣ ਵੀ ਤੇਰੇ ਕੋਲ ਹੀ ਨੇ। ਤੂੰ ਚਾਹੁੰਦਾ ਸੀ ਕਿ ਮੇਰਾ ਮਾਣ ਹੋਵੇ, ਇੱਜ਼ਤ ਹੋਵੇ, ਜਾਂ ਹਰੀਪੁਰ ਦਾ ਸਾਰਾ ਜਿੰਨਾ ਰਾਜ ਹੈ ਹਰੀਪੁਰ ਨਗਰੀ ਉੱਤੇ ਨੂੰ ਦਿੱਤੀ। ਉੱਥੋਂ ਦਾ ਰਾਜਾ, ਉੱਥੋਂ ਦੀ ਪ੍ਰਜਾ, ਉੱਥੋਂ ਦੇ ਸੈਨਿਕ, ਉਹ ਸਾਰੇ ਇਸੇ ਤਰ੍ਹਾਂ ਤੈਨੂੰ ਪੂਜਣਗੇ। ਚਿਰੰਕਾਰ ਸੁਖ ਭੋਗੋ ਬਣ ਗੁਰ, ਮੇਰੇ ਦਾਤ ਨਾ ਹੋਵੇ ਹੀਣ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਬੇਟਾ ਸਾਵਣ ਮੱਲ ਗੁਰੂ ਦਾਤਾਂ ਦੇ ਕੇ ਦਾਤਾ ਖੁੰਦਾ ਨਹੀਂ ਹੁੰਦਾ। ਰੁਮਾਲ ਵਾਪਸ ਆ ਗਿਆ, ਤੈਨੂੰ ਲੱਗਿਆ ਕਿ ਦਾਤਾ ਖੋਹ ਨਹੀਂ ਹੈ। ਚਿਰੰਕਾਲ ਸੁਖ ਭੋਗੋ ਬਣ ਗੁਰ, ਗੁਰੂ ਸਾਹਿਬ ਜੀ ਕਹਿੰਦੇ ਨੇ ਉੱਥੇ ਜਾ ਕੇ, ਹਰੀਪੁਰ ਵਿੱਚ ਜਾ ਕੇ ਮੁਖੀ ਬਣ ਕੇ, ਸਿੱਖ ਬਣ ਕੇ, ਉੱਥੋਂ ਦਾ ਮੁਖੀ ਬਣ ਕੇ ਲੰਬਾ ਸਮਾਂ ਤੱਕ ਸੁੱਖ ਭੋਗੋ। ਜਦੋਂ ਤੱਕ ਰਹਿਣਾ ਹੈ ਉਦੋਂ ਤੱਕ ਸੁੱਖ ਭੋਗੋ। ਮੇਰੇ ਦਾਤ ਨਾ ਹੋਵੇ ਹੀਣ। ਬਾਕੀ ਜਿਹੜੀਆਂ ਦਾਤਾਂ ਦਿੱਤੀਆਂ ਨੇ, ਤਾਕਤਾਂ ਦਿੱਤੀਆਂ ਨੇ, ਇਹ ਗੁਰੂ ਦੀਆਂ ਦਾਤਾਂ ਕਦੇ ਹੀਣੀਆਂ ਥੋੜ੍ਹੀ ਹੁੰਦੀਆਂ ਨੇ। ਰਹੋ ਕੁਸ਼ਲ ਸੋ ਸਭ ਕੁਛ ਪਾਵੋ, ਪੁਨ ਪ੍ਰਲੋਕ ਮੈਂ ਨਿਜ ਢਿਗ ਕੀਨ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਸਰੀਰ ਕਰਕੇ ਇਸ ਸੰਸਾਰ ਦੇ ਵਿੱਚ ਰਹੋਗੇ, ਉੱਥੇ ਹਰੀਪੁਰ ਤੁਸੀਂ ਰਹੋ, ਇੱਥੇ ਰਹੋ, ਉੱਥੋਂ ਤੁਹਾਨੂੰ ਆਦਰ ਮਾਣ ਮਿਲੇਗਾ। ਜਿੰਨੇ ਸੁੱਖ ਚਾਹੋ ਉਹਨੇ ਭੋਗੋ। ਤੇ ਕੇਵਲ ਇੱਥੇ ਨਹੀਂ, ਪਰਲੋਕ ਦੇ ਵਿੱਚ ਵੀ ਅਸੀਂ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦਿੱਤਾ ਹੈ, ਤੁਹਾਨੂੰ ਟਿਕਾਣਾ ਦੇ ਦਿੱਤਾ ਹੈ। ਨਿਰਭੈ ਫਿਰ ਹੋ ਸਭ ਭੂਤ ਪ੍ਰੇਤ ਜੇ ਡਾਕਣ, ਆਦ ਸੁਤੋਹੇ ਅਧੀਨ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਦੋਂ ਮਰਜ਼ੀ ਹਰੀਪੁਰ ਜਾਓ,
ਉੱਥੇ ਡਰ ਰਹੇ ਸੀ ਨਾ, ਉੱਥੇ ਕੋਈ ਡਾਕਣਾ ਨੇ, ਕੋਈ ਭੂਤ ਹੈ, ਕੋਈ ਪ੍ਰੇਤ ਹੈ, ਜਿੰਨੇ ਮਰਜ਼ੀ ਹੋਣ, ਉਹ ਸਾਰੇ ਤੁਹਾਡੇ ਹੁਕਮ ਦੇ ਵਿੱਚ ਹੀ ਰਹਿਣਗੇ। ਉਹ ਜਿੰਨੇ ਮਰਜ਼ੀ ਹੋਣ ਤੁਹਾਡੇ ਨੇੜੇ ਨਹੀਂ ਆਉਣਗੇ ਤੇ ਸੇਵਾ ਹੀ ਕਰਨਗੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕੇਵਲ ਰੁਮਾਲ ਵਾਪਸ ਲਿਆ ਭਾਈ। ਗੁਪਤ ਰਹਿਤ ਜੇ ਸ਼ਕਤ ਜੁਗਤ ਵੱਡ ਸਮ, ਬਖਸ਼ਿਸ਼ ਤੇ ਤੁਕ ਟਿਕ ਆਏ। ਸਤਿਗੁਰੂ ਜੀ ਕਹਿੰਦੇ ਨੇ ਉਹ ਗੁਪਤ ਤਾਕਤਾਂ ਵੀ ਜਿਨ੍ਹਾਂ ਦਾ ਹਜੇ ਤੱਕ ਤੈਨੂੰ ਪਤਾ ਹੀ ਨਹੀਂ ਕਿ ਸਾਵਣ ਮਨ ਕਿੰਨੀਆਂ ਕੁ ਤਾਕਤਾਂ, ਕਿੰਨੀਆਂ ਕੁ ਰਹਿਮਤਾਂ ਗੁਰੂ ਨੇ ਕੀਤੀਆਂ ਸਨ, ਉਹ ਸਾਰੇ ਗੁਰੂ ਦੀ ਬਖਸ਼ਿਸ਼ ਤੁਹਾਡੇ ਕੋਲ ਹੀ ਹੈ, ਤੁਹਾਡੇ ਕੋਲ ਹੀ ਰਹੇਗੀ। ਚਿਤ ਮੈਂ ਚਾਹੋ ਕਰਾਵੋ ਤਿਨ ਤੇ, ਨਹਿ ਆਗਿਆ ਕੋ ਸਕੇ ਮਿਟਾਏ। ਸਤਿਗੁਰੂ ਜੀ ਕਹਿੰਦੇ ਨੇ ਚਿੱਤ ਵਿੱਚ ਜਿਸ ਤਰ੍ਹਾਂ ਵੀ ਚਾਹੋ ਉਹਨਾਂ ਤਾਕਤਾਂ ਤੋਂ ਤੁਸੀਂ ਉਸੇ ਤਰ੍ਹਾਂ ਦਾ ਕੰਮ ਕਰੋ, ਕਿਉਂਕਿ ਉਹ ਤੁਹਾਡੇ ਅੰਦਰ ਹੀ ਨੇ, ਤੁਹਾਡੇ ਤੋਂ ਕਿਤੇ ਦੂਰ ਨਹੀਂ ਗਈਆਂ। ਇੱਥੇ ਗੁਰੂ ਸਾਹਿਬ ਜੀ ਨਾਲ ਸਮਝਾ ਰਹੇ ਨੇ, ਇਹ ਮਤ ਚਿਤ ਮੈਂ ਚਾਹੋ ਕਰਾਵੋ ਤਿਨ ਤੇ, ਨਹਿ ਆਗਿਆ ਕੋ ਸਕੇ ਮਿਟਾਏ। ਨਿਸ ਦਿਨ ਸੇਵੇਂ ਸਗਰੇ ਤੋ ਕਹੋ, ਮਮ ਸੇਵਾ ਤੇ ਇਹ ਫਲ ਪਾਏ। ਸਤਿਗੁਰੂ ਜੀ ਕਹਿੰਦੇ ਨੇ ਪੁੱਤਰ ਸਾਵਣ ਮਲ ਸਾਡੀ ਸੇਵਾ ਕੀਤੀ ਹੈ ਨਾ, ਗੁਰੂ ਘਰ ਦੇ ਕਾਰਜ ਸੁਧਾਰ ਕੇ ਆਇਆ ਹੈ, ਤੇ ਇਹ ਸੇਵਾ ਦਾ ਇੰਨਾ ਕੁ ਫਲ ਤੇ ਤੈਨੂੰ ਮਿਲਣਾ ਹੀ ਹੈ। ਦਿਨ ਰਾਤ ਇਹ ਜਿਹੜੀਆਂ ਤਾਕਤਾਂ ਨੇ ਇਹ ਹੁਣ ਤੁਹਾਡੇ ਚਰਨਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੇਗੀ। ਬਨ ਗੁਰ ਚਰਨ ਪਜਾਵੋ ਸਭ ਤੇ, ਅਪਰਣਾ ਸ਼ੰਕਾ ਕੁਸ ਮਨ ਲਿਆਏ। ਸਤਿਗੁਰੂ ਕਹਿੰਦੇ ਨੇ ਤੁਸੀਂ ਸਾਵਣ ਮਲ ਜੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਲੈ ਕੇ ਆਉਣੀ। ਹਰੀਪੁਰ ਸਾਰਾ ਦੇਸ਼ ਹੁਣ ਤੁਹਾਡਾ, ਜਿਵੇਂ ਮਰਜ਼ੀ ਉੱਥੇ ਤੁਸੀਂ ਮੰਨਤਾ ਕਰਾਓ, ਪੂਜਾ ਕਰਾਓ, ਉਹਨਾਂ ਤੋਂ ਧਨ ਰੁਪਈਆ ਪੈਸਾ ਭੇਟਾ ਜਿੰਨੀ ਮਰਜ਼ੀ ਲਵੋ, ਪਰ ਸ਼ੰਕਾ ਨਹੀਂ ਲਿਆਉਣੀ। ਤੇ ਸ਼ੰਕਾ ਕਿਹੜੀ ਆਉਂਦੀ ਸੀ ਕਿ ਰੁਮਾਲ ਚਲਾ ਗਿਆ, ਹੁਣ ਤਾਕਤਾਂ ਨਹੀਂ ਰਹੀਆਂ। ਗੁਰੂ ਸਾਹਿਬ ਜੀ ਫਿਰ ਸਮਝਾਉਂਦੇ ਨੇ, ਮਮ ਰੁਮਾਲ ਤੇ ਸਿੱਧਾ ਸਗਰੇ, ਭਇਓ ਤੋਹੇ ਮਨ ਤੇ ਮਹਿਲੀਨ। ਸਤਿਗੁਰੂ ਜੀ ਕਹਿੰਦੇ ਭਾਈ ਰੁਮਾਲ ਹੀ ਦਿੱਤਾ ਸੀ ਨਾ, ਉਹ ਰਿੱਧੀਆਂ ਸਿੱਧੀਆਂ ਰੁਮਾਲ ਵਿੱਚ ਹੀ ਸਨ। ਰੁਮਾਲ ਤੁਹਾਡੇ ਕੋਲ ਉਦਿਆ ਹੈ, ਉਹ ਕੇਵਲ ਰੁਮਾਲ ਦੇ ਵਿੱਚ ਨਹੀਂ, ਹੁਣ ਉਹ ਸਾਰੀਆਂ ਰਿੱਧੀਆਂ ਸਿੱਧੀਆਂ ਤੁਹਾਡੇ ਮਨ ਦੇ ਵਿੱਚ, ਤੁਹਾਡੇ ਤਨ ਦੇ ਵਿੱਚ ਲੀਨ ਹੋ ਗਈਆਂ ਨੇ। ਹੁਣ ਮੂੰਹ ਤੋਂ ਜੋ ਵੀ ਬੋਲੋਗੇ, ਰਸਨਾ ਤੋਂ ਜੋ ਵੀ ਕਹੋਗੇ, ਉਹ ਸੱਚ ਹੋਏਗਾ। ਪਾਏ ਭਇਓ ਅਹੰਕਾਰ ਤਿਨੋਂ ਤੇ, ਭਗਤ ਪੰਥ ਤੇ ਹੋਇਓ ਹੀਨ। ਸਤਿਗੁਰੂ ਜੀ ਕਹਿੰਦੇ ਨੇ ਭਗਤੀ ਮਾਰਗ ਤੇ ਚੱਲਦੇ ਚੱਲਦੇ, ਸੇਵਾ ਕਰਦੇ ਮਨ ਵਿੱਚ ਹੰਕਾਰ ਆ ਗਿਆ ਸੀ ਤੇ ਭਗਤੀ ਮਾਰਗ ਨੂੰ ਤੋਂ ਭੁੱਲ ਗਿਆ ਸੀ। ਇਸੇ ਕਰਕੇ ਇਹ ਸਾਨੂੰ ਕਿਰਤ ਕਰਨੀ ਪਈ, ਉਹ ਰੁਮਾਲ ਤੇਰੇ ਤੋਂ ਵਾਪਸ ਲੈਣਾ ਪਿਆ। ਗਤ ਪਰਲੋਕ ਬਿਗਰੇ ਹੈ ਤਿਨ ਤੇ, ਜਾਂ ਤੇ ਮੈਂ ਸਭ ਲੀਨਸ ਸ਼ੀਨ। ਤੇ ਪੁੱਤਰ ਸਾਵਣ ਮਨ ਜੇ ਇਹ ਰੁਮਾਲ ਤੇਰੇ ਤੋਂ ਵਾਪਸ ਨਾ ਲੈਂਦਾ, ਵਾਪਸ ਨਾ ਮੰਗਾਉਂਦਾ, ਤੇ ਗਤ ਪਰਲੋਕ ਬਿਗਰੇ ਹੈ ਤਿਨ ਤੇ, ਇਹਨਾਂ ਰਿੱਧੀਆਂ ਸਿੱਧੀਆਂ ਨਾਲ ਹੋ ਸਕਦਾ ਇਸ ਸੰਸਾਰ ਵਿੱਚ ਤੇ ਸੁੱਖ ਭੋਗ ਲੈਂਦੋ, ਪਰ ਪਰਲੋਕ ਦੇ ਵਿੱਚ ਕਹਾਣੀ ਵਿਗੜ ਜਾਣੀ ਸੀ, ਪਰਲੋਕ ਨਹੀਂ ਸੀ ਸੁਧਰਨਾ। ਰੱਛਿਆ ਕਰੇ ਸਕਲ ਬਿਦ ਤੇ ਤੂੰ ਅਬ ਸਿਮਰੋ ਸਤਨਾਮ ਪਰਬੀਣ। ਸਤਿਗੁਰੂ ਕਹਿੰਦੇ ਨੇ ਸਾਵਣ ਮਨ ਇਸ ਕਰਕੇ ਅਸੀਂ ਤੇ ਤੇਰੀ ਰੱਖਿਆ ਕੀਤੀ ਹਰ ਤਰੀਕੇ ਨਾਲ, ਮਾਤ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਹੁਣ ਤੇਰਾ ਪਰਲੋਕ ਵੀ ਸੁਧਰ ਗਿਆ ਹੈ, ਮਾਤ ਲੋਕ ਵਿੱਚ ਵੀ ਸੁੱਖ ਮਿਲਣਗੇ। ਅਬ ਸਿਮਰੋ ਸਤਨਾਮ ਪਰਬੀਣ, ਹੁਣ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਹਰੀਪੁਰ ਜਾਓਗੇ ਉੱਥੇ ਸਿਮਰਨ ਕਰਾਓ। ਹੁਣ ਆਪ ਜਪੋ, ਅਵਰਾ ਨਾਮ ਜਪਾਵੋ, ਮਨ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ। ਬਸ ਇਹ ਗੱਲ ਚੇਤੇ ਰੱਖਣੀ ਕਿ ਇਹ ਦਾਤ ਗੁਰੂ ਦੀ ਹੈ, ਗੁਰੂ ਨੂੰ ਚੇਤੇ ਰੱਖਣਾ ਹੈ। ਇਸ ਬਿਦ ਆਪਣੋ ਜਾਣ ਕੈ ਸੁਖ ਦੇਣ ਸਦੋਏ ਲੋਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣਾ ਜਾਣ ਕੇ ਭਾਈ ਸਾਵਣ ਮਲ ਨੂੰ ਦੋਹਾਂ ਲੋਕਾਂ ਦਾ ਉੱਥੇ ਸੁਖ ਬਖਸ਼ਿਸ਼ ਕੀਤਾ। ਧੰਨ ਧੰਨ ਸ੍ਰੀ ਗੁਰ ਅਮਰ, ਸਿਮਰੋ ਕਰੈ ਅਸ਼ੋਕ। ਕਵੀ ਸੰਤੋਖ ਸਿੰਘ ਜੀ ਅਧਿਆਇ ਨੂੰ ਖਤਮ ਕਰਦੇ ਹੋਏ ਲਿਖਦੇ ਨੇ ਕਿ ਧੰਨ ਗੁਰੂ ਅਮਰਦਾਸ ਜੀ ਧੰਨ ਨੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੁੰਦੇ ਨੇ।
सतगुरु धन गुरु अमरदास जी तुसीं धन हो। इत्थे अध्याय नंबर 32 खत्म किया है, अगे 33वां शुरू होया है। दोहरा जुग लोकण सुख दात लह, सावन मन हर खाए। कवि संतोख सिंह जी अगे इत्थों शुरू करते हुए लिखते हैं कि भाई सावन मान ले इस तरह पहलों तो कले इस मातलोक के सुख लए सन, ताकत लईआं सन, पर अज भुल बख्शा के अपने हंकार नूं अंदरों छड्ड के सतगुर के चरणों विचों लोक ते परलोक दोवां लोकां दा सुख प्राप्त किया है। और भाई सावन वाल बड़ा खुश होया। महिमा जाने गुरु के अपरना को अधिखाए। और भाई सावन वाल ने गुरु साहब की महिमा भी पूरी तरह जानी है कि गुरु तो वड्डा कोई नहीं हो सकता, गुरु तो वड्डा कोई नहीं, क्योंकि सब तो वड्डा मेरा गुरु है। सतगुरु ने पावन बचन बाणी विच कहे ने, धन गुरु अर्जन देव जी कहते हैं, सब ते वड्डा सतगुरु नानक जिन कल राखी मेरी। भाई सावन मान नूं ये पता लग गया कि ये ताकतां ये बरकतां गुरु दी बख्शिश कीतियां हुईआं ने, ते गुरु तो वड्डा कोई भी नहीं। जथा जोग श्री सतगुर के नस, मम मन को नास्यो अहंकार। भाई सावन माल जो तो कहते सतगुरु जी ने बिल्कुल तो ठीक किया है। रुमाल खो के ये एहसास करा के कि तेरे पल्ले कुछ नहीं रहा, मेरा हंकार तो दूर कर दिता है। और गुरु साहब ने कृपा फिर की, ताकत फिर भी दे दी ने। संगत दे गुप्त बस होए, कारज सगरे दे सुधार। गुरु साहब ने तो कृपा की, संगत भी दी, गुप्त ताकत भी बख्श दी। जेड़ा मन में शंका से वो शंके भी दूर कर देते और कार्य भी सारे रस कर देते। मुदत होए कर बिना बखानी, आयो भूप सहित परिवार। हुण भाई सावन मान ले जिथे पहलों अधीन होके निमर होके अपनी भुल बख्शाई, ये बख्शा मिलियां, बड़ियां खुशियां भी माणियां, तो खुश होंदा होया हुण फिर दोवें हाथ जोड़े ऐन निमरता दे विच आके भाई सावन मान फिर कहंदा है कि सतगुरु जी जिथे तुसीं भेजिया सी ना हरिपुर, हरिपुर का राजा आया है और अपने सारे परिवार के नाल आया है। सैना प्रजा सचिव संग सगरे, महके यादक और जदार। सतगुरु जी कला परिवार समेत ही नहीं, राजे दी राणियां भी आईयां ने, दासियां भी आईयां ने, राजे की सैना भी आई है, राजे की बहुत सारी प्रजा भी नाल आई है। वो सारे इतों तक के अपन गावां मझां भी नाल लैके आए ने, कुछ भेटा करने वास्ते ले आए ने, कुछ अपने दुध वास्ते लैके आए ने। आज्ञा रावर के अब होवे, दर्शन करें समीपे आन। ते सतगुरु जो सारे तुहाडे दर्शन करने वास्ते आए, तुहाडे सिक्खे नूं धारण करने वास्ते आए ने। ते जे सतगुरु जी हुण कृपा होवे, तुहाडी आज्ञा होवे, तो उन्होंने सारे बुला के लिया वा, उन्होंने सारों का डेरा लिया लवाया है ब्यास नदी के कंढे ते आके रुके ने। अब इलाका तिन पूर्ण प्राप्त, करे बिलोचन सफल बहान। सतगुरु जी उन्होंने सारिਆਂ ਦੀ बड़ी अभिलाषा सी कि जेड़े सतगुरु जी इन्ने समर्थ ने कि अपने एक सेवक नूं सिख नूं इन्नियां बख्शिशां दे सकते हैं। ऐसे सतगुरु के जाके पूर्ण तौर पर प्रतख तौर पर दर्शन करिए। होए पुनीत पाप सब नासे, पावे पुण्य बंदना ठाण। सतगुरु जी वो आप जी के चरणों में आके नमस्कार करनगे, बंदना करनगे, उन्होंने पुण्य मिलेगा, वो भी पुनीत हो जाएंगे, उन्होंने भी पाप दूर हो जाएंगे। सरदा धर तुर ते यह गमने तुम अंतरजामी सब जान। सतगुरु जी तुसीं ते अंतरजामी हो, सब कुछ जानते हो, पर बड़ी श्रद्धा के नाल तो चल के हरिपुर तो चल के सिर्फ आप जी के दर्शन करन आए ने। श्री गुरु अमरदास कर करुणा, कहो देखते पूजन खाए। सतगुरु धन गुरु
अमरदास महाराज जी ने फिर कृपा की, कहते सावन मल कोई गल नहीं, जे राजा आया है आए ने तो आउणगे, पर यह जाके सारे पहलों कहो कि जे मेरे दर्शन करने ने, क्योंकि नियम बनया सी गुरु साहब जी का, पहलों पंगत विच बैठ के भोजन छकना है। और पंगत विच सिर्फ राजा ही नहीं बैठता, पंगत विच बहुत सारे भिखारी भी बैठते हैं, इत्थे शूद्र भी बैठते हैं, ब्राह्मण भी बैठते हैं। ये मन दे विच ना आवे कि मैं राजा तो कोई मेरे सामने किवें बैठ सकता है। पंगत विच बैठण का मतलब तो सिर्फ इन्ना ही सी कि पंगत विच बैठ के भोजन छकना है, फिर साडे दर्शन नहीं आउणगे। नर संगे सब हे संग आनय, इस्त्रे रूप न आवण पाए। हुण सतगुरु इत्थे होर एक बड़ी वड्डी सिक्ख्या दिंदे ने कि सावन मल जाके राजे नूं कहे, जे राजा आ जाए उनके नाल दे मंत्री संतरी जिन्ने पुरख ने, वो पुरुष भाई तो सारे आ जान, आके दर्शन कर लेण, पर जिहड़ियां राणियां ने नाल दासियां ने बीबियां ने वो बिल्कुल ना होण। हुण इत्थे कई वारी लगदा कि बीबियां नूं क्यों रोकिया, क्योंकि आम पिंडां दी संगत बीबियां उत्थे लंगर च सेवा करदियां ने, रोज़ आम संगत दे विच बीबियां भाई सारे आके दर्शन करते हैं। पर हुण गुरु साहब ने बीबियां नूं क्यों रोक दिता है, क्यों नहीं आउण दिता, ये गुरु साहब जी अगे जाके समझाउणगे। पुन सावण अरदास बखानी, महाराज सुनिए सुखदाए। भाई सावन मल ने फिर दोवें हाथ जोड़ गए, फिर अरदास की है, सुखां दे दाते सतगुरु जी मेरी बेनती सुनो, मेरे जुड़े हुए हत्थां वाले देखो। चित आसा धार अधिक प्रेम कर, कह नृप सो आई समुदाए। सतगुरु जी वो इस्त्रियां राणियां उत्थों दियां होर बीबियां मन दे विच बड़ी वड्डी आस लैके आईयां ने। उन्होंने ते राजे नूं बेनती कर करके इकट्ठियां होकर बेनती कर करके कहा सी कि असीं भी जाना है, जाके गुरु साहब जी असीं भी दर्शन करने ने। करो आप अभिलाखा पूरण, चहत दूर ते पहुँचे आए। सतगुरु जी बड़े दूर तो हरिपुर तो चल के सिर्फ दर्शनों वास्ते आईयां ने। किरपा करो उन्हां राणियां दे, उन्हां बीबियां दी चित्त दी आस भी पूरी करो, उन्होंने दर्शन बख्शो। होए निराश बिन दर्शन गमनै, बहुत बसूरेंगे दुख पाए। सतगुरु जी जे दर्शन तुसी ना दिते, वो बीबियां जिहड़ियां दर्शन करने वास्ते आईयां ने, चाहे राणियां ने, गोलियां ने, दासियां ने, वो बड़ियां उदास होणगियां कि एडे दूर आस लैके आईयां भी तो गुरु साहब ने सानू दर्शन क्यों नहीं दिते, कि साडे विच इवें दी किहड़ी कमी है, सानू गुरु साहब जी दर्शन क्यों नहीं दिंदे। क्योंकि गुरु के घर दे विच ते एक आवाज़ निकली सी, सुनिया सी कि सो को मंदा आखिए जित जम्मै राजा। तो फिर गुरु साहब जी दर्शन क्यों नहीं दिंदे। और दर्शन देने का कारण ये नहीं कि बीबियां नूं दर्शन देने नहीं। गुरु साहब जी के फिर समझाउणगे, दया करण को बिरद संभारो, आए सो देहो सकल दरसाए। सतगुरु जी तुहाडा ते बिरद है, तुहाडा ते सुभाव है दया करने का, और तुहाडा यह बिरद है कि इत्थे कोई भी आस लैके आवे वो आप जी के दर्शन कर सकता है। तुहाडा हुक्म तो है ना, लंगर विच पहलों बैठ के लंगर छके फिर आवे। और इवें दा हुक्म अज तक कदे नहीं सी कीता कि बीबियां इस्त्रियां ना हो। धरै भावने सगल भावने, गुर के पटो तिनै बुलाए। सतगुरु जी वो बड़ी भावना लैके आईयां ने, बड़ी शरधा लैके आईयां ने। तुसीं उन्हां ते कृपा करो, उन्हां नूं बुला लो, उन्हां नूं भी दर्शन दिओ। तब सतगुर आयस के नस, जितक भार जा नपके होए। फिर सतगुरु जी ने कृपा की, भाई सावन मल की बेनती सुन के नाले मुस्कराए, तो नाले कहते हैं सावन मल बीबियां आ जान कोई गल नहीं,
पर एक गल जाके समझाती कि जिन्नियां भी राजे दियां राणियां ने, 10 याद अपर जयदारा, रंगदार अंबर ले जोए। क्योंकि राजे दियां राणियां आईयां ने, महाराणियां आईयां ने, उन्हां दियां ते दासियां ते गोलियां जिहड़ियां ने असल विच वो भी आम बीबियां नालों किते ज़्यादा जिहड़े धन पदार्थ वो माणदियां ने। होर जिहड़ियां परजा दे विचों भी बीबियां आईयां ने, बस उन्हां सारिआं नूं कहना कि किसे तो वखरे बन के नहीं आउणा। रंगदार कपड़े पा के, सोहणे सोहणे गहणे पा के, क्योंकि गुरु के दर्शन करन आउणा है, बस रंगदार कपड़े पा के नहीं आउणा। और रंगदार कपड़े असल विच पाउणे क्यों नहीं? क्योंकि आप जी को पता है कि अज तो कुछ साल पिछे चले जाइए तो इन्हां कपड़िਆਂ ਦਾ रिवाज कित्थे सी। और जदों साडे गुरु साहब की गल करते हैं बीबियां गोया कूड़ा चुकदियां होणगीਆਂ, उस तरह हथ मूँह धोता नहा के वही कपड़े पाए कि समा हो गया गुरुद्वारे जाना है। एक पासे वो बीबियां बैठियां होणगीਆਂ, एक पासे वो जिन्होंने बड़े कीमती कपड़े पाए होणगे। और उन्होंने भी लगेगा कि साडे नाल कौन बैठ गया है। वेख के किते ये भी ना आवे कि ये साडे तो वड्डियां ने, ये साडे तो उच्चियां ने, हीन भावना ना आवे। इस करके गुरु साहब ने इत्थे मना किया, कपड़े पाउण तो मनाही नहीं। पर क्यों नहीं पाउणे रंगदार? इहदे पिछे मनोरथ ये सी कि किसी तरह की हीन भावना ना आवे। इत्थे राजा बवे, इत्थे प्रजा बवे, इत्थे रंग बवे, अमीर बवे, गरीब बवे, पर एक दूजे के विच आपस में भाईचारा हो, नफरत ना हो, हीनता ना हो। गुरु साहब जी कहते हैं रंगदार कपड़े ना पाओ, आ जान सब सो कहो सवेत कर पोशिश, मुख को नहीं छपावे कोई। उन्होंने सारियां जाके ये कहो कि जिन्हें दर्शन करने ने, जो हो सके तो सफेद कपड़े पा के आओ, नहीं तो रंगदार नहीं पाओ के आने, फिक्के कपड़े आम सादे कपड़े पा के आने। और दूसरी गुरु साहब जी कहते हैं उन्होंने गल ये कहनी है कि घुंड कड्ढण का रिवाज बहुत सी। और खास करके जेडे वड्डे घर सन, वड्डे तो पाओ जेडे अमीर घर सन, तो खास करके राजे राणियां, उन्होंने एक बनया होया सी कि किसी के भी सामने जोड़ा है सीधा नहीं जाना, जब पालके च बहना कि पढ़ता होएगा, तो जां मूँह दे के पड़दा करना, जिन्होंने घुंड कहते हैं। अज तो कुछ साल पहलों बड़े ये घुंड वड्डे वड्डे कढ़े जाते सन। और गुरु साहब ने तो वो भी कृपा कहते भी पड़दा नहीं करना, क्योंकि गुरु घर दे विच ते की इस्त्री ते की मर्द, इत्थे सारे इक्को ही ने। और देखो धन गुरु नानक के घर की वडियाई कैसी है। खंडे बाटे की पौर लैन जाइए, बच्चे 5 साल की होवे ते चाहे बेबी 90 साल की होवे, खंडे बाटे की पौल दे के इक्को ही गल कही जाती कि अज तो तुसी गुरु गोबिंद सिंह साहब दी धीआं हो। ये तो ना कहा जाता कि 5 साल की पोती है। इत्थे गुरु साहब जी कहते हैं भाई सारे बराबर ने, मूँह छपा के नहीं आना, कुंड कढ़ के नहीं आना। दर्शन कर कर सगरे गमने, इस प्रकार के बन के सोए। सतगुरु जी कहते हैं आउण नूं कोई मनाही नहीं, दर्शन असीं सारिआं नूं देवांगे, बस ये 2 काम करन, बहुते भड़कीले रंगदार कपड़े नहीं पाए होण, मूँह नहीं ढके होण, दर्शन करन, दर्शन कर करके चलिए जान, आ जान जरूर दर्शन करन। अगे गुरु साहब जी फिर जिवें कृपा करते हैं कि लंगर विच प्रसादा तो छकना ही है, और जिवें ते बचन बलास हुंदे ने, जिवें राजा राणियां दर्शन करने वास्ते आउणगीਆਂ, वो प्रसंग आप कल विचारांगे। होईयां फुल्लां दी खिमा। आओ 1-2 मिनट होर रसना दे नाल हाजरी लवाइए, फिर समाप्ति है जी। वाहे गुरु वाहे गुरु